ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਪ੍ਰਣਾਮ। ਅੱਜ ਇੱਕ ਖਾਸ ਨੌਜਵਾਨਾਂ ਵਾਸਤੇ ਇੱਕ ਨਵੀਂ ਜਾਣਕਾਰੀ ਜੋ ਕਿ ਸਾਂਝੀ ਕਰਨੀ ਹੈ ਕਿ ਆਪ ਜੀ ਨੇ ਦੇਖਿਆ ਹੀ ਹੋਵੇਗਾ, ਸਾਰਿਆਂ ਨੂੰ ਪਤਾ ਹੀ ਹੈ, ਪੂਰੇ ਦੇਸ਼ ਔਰ ਪੂਰੇ ਵਰਲਡ ਨੂੰ ਪਤਾ ਹੈ, ਖਾਸ ਕਰਕੇ ਪੰਜਾਬ ਦੇ ਵਿੱਚ, ਕਿ ਸਿੱਧੂ ਮੂਸੇਵਾਲਾ ਜੋ ਇੱਕ ਨੌਜਵਾਨ ਕਲਾਕਾਰ ਹੋਇਆ ਹੈ, ਅੱਜ ਪੂਰੇ ਵਰਲਡ ਦੇ ਅੰਦਰ, ਹਾਲਾਂਕਿ ਉਹਨਾਂ ਦੀ ਮੌਤ ਹੋ ਗਈ, ਲੇਕਿਨ ਉਹਨਾਂ ਦੀ ਚਰਚਾ ਜਿਹੜੀ ਹੈ ਬੱਚੇ ਤੋਂ ਲੈ ਕੇ ਬੁੱਢੇ ਤੱਕ ਔਰ ਪੰਜਾਬ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਚਰਚਾ ਹੋ ਰਹੀ ਹੈ। ਔਰ ਇਹ ਚਰਚਾ ਕਿਉਂ ਹੋ ਰਹੀ ਹੈ, ਇਹਦਾ ਸ਼ਾਇਦ ਹੀ ਕਿਸੇ ਨੇ ਅਨੁਮਾਨ ਲਾਇਆ ਹੋਵੇ, ਜਾਂ ਸ਼ਾਇਦ ਹੀ ਕਿਸੇ ਨੇ ਇਸ ਚੀਜ਼ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਹੋਵੇ। ਲੇਕਿਨ ਪਿਛਲੇ ਦਿਨਾਂ ਤੋਂ ਜਦੋਂ ਮੌਤ ਹੋਈ, ਉਸ ਤੋਂ ਲੈ ਕੇ ਅੱਜ ਤੱਕ ਅਸੀਂ ਇੱਕ ਉਹਦੇ ਜੀਵਨ ਨੂੰ ਵਾਚਣ ਦੀ ਕੋਸ਼ਿਸ਼ ਕੀਤੀ, ਤਾਂ ਉਹਦੇ ਵਿੱਚ ਕੁਝ ਪਹਿਲੂ ਉਹਦੀ ਜ਼ਿੰਦਗੀ ਨੂੰ ਅਮਰ ਕਰਨ ਦੇ ਔਰ ਉਹਦੀ ਜ਼ਿੰਦਗੀ ਨੂੰ ਪੂਰੇ ਦਿਲਾਂ ਦੇ ਵਿੱਚ ਵਸਣ ਦੇ ਜਿਹੜੇ ਕਾਰਨ ਨੇ, ਉਹ ਮੇਨ ਕਾਰਨ ਨੇ। ਔਰ ਇਹ ਗੱਲ ਖਾਸ ਕਰਕੇ ਨੌਜਵਾਨਾਂ ਨੂੰ ਨੋਟ ਕਰ ਲੈਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਇਹ ਕਿ ਉਹ ਇੱਕ ਅਨਮੈਰਿਡ ਨੌਜਵਾਨ ਬੱਚਾ ਸੀ। ਦੂਸਰਾ, ਉਹਦੇ ਜੀਵਨ ਦੇ ਵਿੱਚ ਇੱਕ ਬ੍ਰਹਮਚਰਯ ਜਿਹੜਾ ਹੁੰਦਾ ਹੈ ਕਿ ਉਹ ਇੱਕ ਬ੍ਰਹਮਚਾਰੀ ਅਵਸਥਾ ਦੇ ਵਿੱਚ ਸੀ। ਦੂਸਰੀ ਗੱਲ ਇਹ ਹੈ ਕਿ ਸਾਡੇ ਜੀਵਨ ਦੇ ਵਿੱਚ ਸਾਡੀ ਬਾਡੀ ਔਰ ਪੂਰੇ ਕਾਸਮਿਕ ਬ੍ਰਹਿਮੰਡ ਦੇ ਅੰਦਰ 7 ਚੱਕਰਾਂ ਦਾ ਇੱਕ ਖੇਡ ਹੈ, ਜਿਹਦੇ ਵਿੱਚ ਹਰ 7 ਸਾਲ ਬਾਅਦ ਸਾਡੇ ਜੀਵਨ ਦੇ ਵਿੱਚ ਇੱਕ ਚੱਕਰ ਉਜਾਗਰ ਹੁੰਦਾ ਹੈ। ਔਰ 21 ਸਾਲ ਦੀ ਅਵਸਥਾ ਤੱਕ ਸਾਡੇ 3 ਚੱਕਰ ਉਜਾਗਰ ਹੋ ਜਾਂਦੇ ਨੇ। ਔਰ ਜਿਹੜਾ ਤੀਸਰਾ ਚੱਕਰ ਹੁੰਦਾ ਹੈ, ਉਹ ਇੱਕ ਸੋਲਰ ਪਲੈਕਸਸ ਚੱਕਰ ਹੁੰਦਾ ਹੈ, ਜੋ ਕਿ ਸਾਡੀ ਜੀਵਨ ਦੀ ਸ਼ਕਤੀ ਦਾ, ਤਾਕਤ ਦਾ, ਊਰਜਾ ਦਾ ਮੇਨ ਕੇਂਦਰ ਹੁੰਦਾ ਹੈ। ਔਰ ਉਹ ਜਿਹੜਾ ਚੱਕਰ ਹੈ, ਉਹ ਸਿੱਧਾ ਸਾਡੀ ਤੀਸਰੀ ਅੱਖ ਜਿਹੜੀ ਹੈ, ਥਰਡ ਆਈ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨੂੰ ਹਿੱਟ ਕਰਦਾ ਹੈ। ਜਦੋਂ ਉਹ ਹਿੱਟ ਕਰਦਾ ਹੈ ਤਾਂ ਕੋਈ ਵੀ ਨੌਜਵਾਨ ਬੱਚਾ ਜਿਸ ਦੇ ਅੰਦਰ ਕੋਈ ਵੀ ਆਰਟ ਹੈ, ਇਹ ਜ਼ਰੂਰੀ ਨਹੀਂ ਕਿ ਗਾਣ ਦਾ ਆਰਟ ਹੈ, ਕਿਸੇ ਤਰ੍ਹਾਂ ਦਾ ਕੋਈ ਵੀ ਆਰਟ ਹੈ, ਕੋਈ ਵੀ ਉਹਦੇ ਅੰਦਰ ਕਲਾ ਹੈ, ਚਾਹੇ ਉਹ ਗਾਣ ਦੀ ਹੋਵੇ, ਚਾਹੇ ਨੱਚਣ ਦੀ ਹੋਵੇ, ਚਾਹੇ ਕੁਝ ਬਣਾਉਣ ਦੀ ਹੋਵੇ, ਚਾਹੇ ਕੁਝ ਵੀ ਕਰਨ ਦੀ ਹੋਵੇ, ਉਹ ਉਸ ਆਰਟ ਨੂੰ ਜਿਹੜੀ ਸ਼ਕਤੀ ਹੈ ਉਹ ਹਿੱਟ ਕਰਦੀ ਹੈ। ਔਰ ਇਸੇ ਤਰ੍ਹਾਂ ਹੀ ਇਸ ਨੌਜਵਾਨ ਦੇ ਨਾਲ ਵਾਪਰੀ ਘਟਨਾ, ਅਤੇ ਬਹੁਤ ਸਾਰੇ ਲੋਕ ਮੈंने ਦੇਖਿਆ ਕਿ ਕਹਿੰਦੇ ਨੇ ਵੀ ਉਹਦੇ ਜਿਹੜੇ ਗਾਣੇ ਨੇ ਉਹ ਲੱਚਰ ਸੀ ਜਾਂ ਕਿਸ ਤਰ੍ਹਾਂ ਦੇ ਸੀ। ਕਿਉਂਕਿ ਜਦੋਂ ਕੋਈ ਵੀ ਇਸ ਅਵਸਥਾ ਦਾ ਨੌਜਵਾਨ ਕਿਸੇ ਵੀ ਵਰਡ ਨੂੰ, ਕਿਸੇ ਵੀ ਸ਼ਬਦ ਨੂੰ ਜਾਂ ਕਿਸੇ ਵੀ ਆਵਾਜ਼ ਨੂੰ ਬਾਹਰ ਕੱਢਦਾ ਹੈ, ਤਾਂ ਉਹ ਜਿਹੜੀ ਆਵਾਜ਼ ਹੈ ਉਹ ਹਰ ਇੱਕ ਨੂੰ ਹਿੱਟ ਕਰਦੀ ਹੈ। ਤਾਂ ਇਸ ਨੌਜਵਾਨ ਦੇ ਅੰਦਰ ਬ੍ਰਹਮਚਰਯ ਦਾ ਬਹੁਤ ਵੱਡਾ ਰੋਲ ਰਿਹਾ ਹੈ। ਉਸ ਰੋਲ ਦੇ ਕਾਰਨ ਹੀ ਇਹ ਨੌਜਵਾਨ ਜਿਹੜਾ ਹੈ ਪੂਰੇ ਵਰਲਡ ਦੇ ਅੰਦਰ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਹੈ, ਕਿਉਂਕਿ ਜਦੋਂ ਇਹ ਸ਼ਕਤੀ ਹਿੱਟ ਕਰਦੀ ਹੈ ਤਾਂ ਪੂਰੇ ਬ੍ਰਹਮੰਡ ਦੇ ਅੰਦਰ ਜਿਹੜੀ ਹੈ ਉਹਦੀ ਆਵਾਜ਼ ਜਨ ਜਨ ਤੱਕ, ਹਰ ਇੱਕ ਦੇ ਮਾਈਂਡ ਔਰ ਹਾਰਟ ਦੋਨਾਂ ਨੂੰ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਜਿਹਨੂੰ ਆਪਾਂ ਰਿਲੈਕਸੇਸ਼ਨ ਕਹਿ ਦਈਏ, ਜਾਂ ਜਿਹਨੂੰ ਕਹਿ ਦਈਏ ਕਿ ਸਾਨੂੰ ਜਿਵੇਂ ਪਿਆਸ ਹੁੰਦੀ ਹੈ ਤਾਂ ਪਾਣੀ ਜਿਵੇਂ ਸਾਨੂੰ ਕਿਵੇਂ ਸਾਡੀ ਆਤਮਾ ਨੂੰ ਤ੍ਰਿਪਤ ਕਰਦਾ ਹੈ, ਇਸੇ ਤਰ੍ਹਾਂ ਹੀ ਉਹ ਆਵਾਜ਼ ਜਿਹੜੀ ਹੈ ਉਹ ਤ੍ਰਿਪਤ ਕਰਦੀ ਹੈ। ਤਾਂ ਇਹ ਜਿਹੜਾ ਸਿੱਧੂ ਮੂਸੇਵਾਲਾ ਜੋ ਨੌਜਵਾਨ ਸੀ, ਕਿਉਂਕਿ 28 ਸਾਲ ਦੀ ਅਵਸਥਾ ਉਹਦਾ ਜਿਹੜਾ ਚੌਥਾ ਚੱਕਰ ਸੀ, ਜਿਹੜਾ ਜਿਹਨੂੰ ਹਾਰਟ ਕਿਹਾ ਜਾਂਦਾ ਹੈ, ਅਨਾਹਤ ਚੱਕਰ ਕਿਹਾ ਜਾਂਦਾ ਹੈ, ਔਰ ਇਹ ਪ੍ਰੇਮ ਦਾ ਜਿਹੜਾ ਖਾਸ ਕਰਕੇ ਕੇਂਦਰ ਬਿੰਦੂ ਹੁੰਦਾ ਹੈ। ਔਰ ਇਸ ਬੱਚੇ ਦੇ ਬ੍ਰਹਮਚਰਯ ਪਾਲਣ ਦੇ ਕਾਰਨ ਜਿਹੜਾ ਹੈ ਉਹ ਪ੍ਰੇਮ ਦਾ ਚੱਕਰ ਐਕਟੀਵੇਟ ਹੋ ਗਿਆ। ਔਰ ਉਸ ਦੇ ਐਕਟੀਵੇਟ ਹੋਣ ਦੇ ਨਾਲ ਉਹਦੀ ਜਿਹੜੀ ਆਵਾਜ਼ ਸੀ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਛਾ ਗਈ। ਇਸੇ ਤਰ੍ਹਾਂ ਹੀ ਸਾਡੇ ਜਿੰਨੇ ਵੀ ਮਹਾਂਪੁਰਸ਼ ਹੋਏ ਨੇ, ਬੁੱਧ ਪੁਰਸ਼ ਹੋਏ ਨੇ, ਇਸ ਬੱਚੇ ਦੇ 4 ਚੱਕਰਾਂ ਦੇ ਉਜਾਗਰ ਹੋਣ ਕਰਕੇ ਉਹਦੀ ਜਿਹੜੀ ਪਬਲਿਸਿਟੀ ਕਹਿ ਲਓ, ਉਹਦੀ ਜਿਹੜੀ ਪ੍ਰਸ਼ੰਸਾ ਕਹਿ ਲਓ, ਉਹ ਜਨ ਜਨ ਤੱਕ ਪਹੁੰਚੀ। ਔਰ ਜਦੋਂ ਕੋਈ ਨੌਜਵਾਨ ਆਪਣੇ
ਸੱਤਾਂ ਚੱਕਰਾਂ ਨੂੰ, ਯਾਨੀ ਕਿ 49 ਸਾਲ ਦੀ ਅਵਸਥਾ ਦੇ ਵਿੱਚ ਇਹ ਪ੍ਰਕਿਰਿਆ ਵੈਸੇ ਤਾਂ ਪੂਰੀ ਹੁੰਦੀ ਹੈ, ਲੇਕਿਨ ਜਦੋਂ ਕਿਸੇ ਬੱਚੇ ਦੇ ਅੰਦਰ ਜਨਮ ਤੋਂ ਉਹਦੇ ਮਾਤਾ ਪਿਤਾ ਦੇ ਅੱਛੇ ਸੰਸਕਾਰਾਂ ਕਰਕੇ ਔਰ ਉਹਦੀ ਐਜੂਕੇਸ਼ਨ ਦੀ ਅੱਛੀ ਸਿੱਖਿਆ ਕਰਕੇ, ਔਰ ਤੀਸਰਾ ਸਾਡੇ ਜੀਵਨ ਦੇ ਵਿੱਚ ਜਿਹੜੇ ਸੰਤ ਜਨ ਹੁੰਦੇ ਨੇ, ਗੁਰੂ ਜਨ ਹੁੰਦੇ ਨੇ, ਉਹਨਾਂ ਦੇ ਜੀਵਨ ਦਾ ਜਦੋਂ ਸਾਡੇ ਉੱਤੇ ਅਸਰ ਪੈਂਦਾ ਹੈ ਜਾਂ ਉਹਨਾਂ ਦੀ ਸੰਗਤ ਦਾ, ਸ਼ੁਭਤ ਦਾ ਸਾਡੇ 'ਤੇ ਅਸਰ ਪੈਂਦਾ ਹੈ, ਤਾਂ ਕਈ ਵਾਰੀ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਵੀ ਜਿਹੜਾ ਜੀਵਨ ਹੈ ਉਹ ਉਜਾਗਰ ਹੋ ਜਾਂਦਾ ਹੈ। ਤੋ ਇਸ ਬੱਚੇ ਦੇ ਜੀਵਨ ਦੇ ਵਿੱਚ ਖਾਸ ਚੀਜ਼ ਜੋ ਰਹੀ, ਉਹ ਰਹੀ ਬ੍ਰਹਮਚਰਯ ਦੀ। ਬ੍ਰਹਮਚਰਯ ਦੀ ਪਾਲਣਾ ਦੇ ਕਾਰਨ ਉਹਦੇ ਪਾਸ ਆਰਟ ਸੀ, ਗਾਣ ਦੀ ਇੱਕ ਬਹੁਤ ਵੱਡੀ ਕਲਾ ਸੀ। ਆਪ ਜੀ ਨੇ ਸਾਰਿਆਂ ਨੇ ਸ਼ਾਇਦ ਉਹਨਾਂ ਦੇ ਗਾਣੇ ਜ਼ਰੂਰ ਸੁਣੇ ਨੇ, ਲੇਕਿਨ ਉਹਨਾਂ ਗਾਣਿਆਂ ਦੇ ਅੰਦਰ ਇੱਕ ਦਰਦ, ਇੱਕ ਵੇਦਨਾ, ਇੱਕ ਜਿਹੜੀ ਤੜਫ, ਉਹ ਜਿਹੜੀ ਹੈ, ਉਹ ਤੜਫ ਜਿਹੜੀ ਹੈ, ਉਹ ਅੱਜ ਦਾ ਜੋ ਸਮਾਂ ਚੱਲ ਰਿਹਾ ਹੈ, ਅੱਜ ਦੇ ਜੋ ਹਾਲਾਤ ਚੱਲ ਰਹੇ ਨੇ, ਉਹਨਾਂ ਹਾਲਾਤਾਂ ਦੇ ਪ੍ਰਤੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ ਪ੍ਰਤੀ ਕਿਉਂ ਆਕਰਸ਼ਿਤ ਹੋਈ। ਕਈ ਮੈंने ਦੇਖਿਆ, ਕਈ ਬਾਬਾ ਲੋਕ ਸੋਚ ਰਹੇ ਨੇ ਕਿ ਸਾਰੇ ਨੌਜਵਾਨ ਉਹਦੇ ਪਿੱਛੇ ਲੱਗੇ। ਸਾਰੇ ਨੌਜਵਾਨ ਉਹਦੇ ਪਿੱਛੇ ਇਸ ਕਰਕੇ ਨਹੀਂ ਲੱਗੇ ਕਿ ਉਹ ਇੱਕ ਇਕੱਲਾ ਗਾਇਕ ਕਲਾਕਾਰ ਸੀ। ਉਹ ਨੌਜਵਾਨ ਇਸ ਕਰਕੇ ਉਹਦੇ ਪਿੱਛੇ ਲੱਗ ਰਹੇ ਨੇ, ਇਸ ਕਰਕੇ ਉਹਦੇ ਪ੍ਰਤੀ ਆਕਰਸ਼ਿਤ ਹੋਏ ਕਿ ਉਹਦੇ ਜੀਵਨ ਦੇ ਜਿਹੜੇ ਚੱਕਰ ਸੀ, ਜਿਹੜੀ ਜੀਵਨ ਦੀ ਜਿਹੜੀ ਊਰਜਾ ਸੀ, ਉਹ ਨੌਜਵਾਨਾਂ ਦੇ ਮਾਈਂਡ ਔਰ ਹਾਰਟ ਨੂੰ ਰਿਲੈਕਸ ਕਰ ਰਹੀ ਸੀ। ਮਾਈਂਡ ਔਰ ਹਾਰਟ ਨੂੰ ਜਿਹੜਾ ਹੈ ਉਹ ਆਰਾਮ ਦੇ ਰਹੀ ਸੀ, ਕਿਉਂਕਿ ਜਦੋਂ ਨੌਜਵਾਨ ਬੱਚਾ ਹੁੰਦਾ ਹੈ ਉਹਦਾ ਮਾਈਂਡ ਭਟਕਦਾ ਹੈ, ਕਿਉਂਕਿ ਉਹਦੇ ਉੱਤੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜਾ ਹੁੰਦਾ ਹੈ, ਕਿਉਂਕਿ ਨੌਜਵਾਨ ਅਵਸਥਾ ਦੇ ਵਿੱਚ ਕਾਮ ਹੀ ਇੱਕ ਐਸੀ ਸ਼ਕਤੀ ਹੈ, ਐਸੀ ਤਾਕਤ ਹੈ ਜੋ ਬੰਦੇ ਦੇ ਜੀਵਨ ਨੂੰ ਜਾਂ ਤਾਂ ਉੱਪਰ ਉਠਾ ਦਿੰਦੀ ਹੈ ਜਾਂ ਫਿਰ ਨੀਚੇ ਗਿਰਾ ਦਿੰਦੀ ਹੈ। ਤੋ ਕਿਉਂਕਿ ਨੌਜਵਾਨ ਸਾਰੇ ਉਸ ਅਵਸਥਾ ਦੇ ਵਿੱਚ ਗੁਜ਼ਰ ਰਹੇ ਹੁੰਦੇ ਨੇ, ਔਰ ਜਦੋਂ ਇਸ ਤਰ੍ਹਾਂ ਦਾ ਕੋਈ ਵੀ ਬ੍ਰਹਮਚਾਰੀ ਬੱਚਾ, ਕੋਈ ਬ੍ਰਹਮਚਾਰੀ ਨੌਜਵਾਨ ਆਪਣੇ ਆਰਟ ਨੂੰ ਉਜਾਗਰ ਕਰਦਾ ਹੈ, ਆਪਣੇ ਆਰਟ ਨੂੰ ਖਿਲਾਉਂਦਾ ਹੈ, ਆਪਣੇ ਆਰਟ ਨੂੰ ਜਦੋਂ ਦੁਨੀਆ ਤੱਕ ਪਹੁੰਚਾਉਂਦਾ ਹੈ, ਤਾਂ ਉਹ ਜਿਹੜੀ ਆਵਾਜ਼ ਹੈ, ਉਹ ਜਿਹੜਾ ਨਾਦ ਹੈ, ਉਹ ਜਿਹੜੀ ਅਨਹਦ ਬਾਣੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਨੌਜਵਾਨ ਨੂੰ ਖਾਸ ਕਰਕੇ ਹਿੱਟ ਕਰਦੀ ਹੈ। ਇਸ ਕਰਕੇ ਇਕੱਲਾ ਉਹ ਗਾਇਕ ਕਲਾਕਾਰ ਹੀ ਨਹੀਂ ਸੀ, ਇਹਦੇ ਨਾਲ ਉਹ ਇੱਕ ਬਹੁਤ ਵਧੀਆ ਬ੍ਰਹਮਚਾਰੀ ਬੱਚਾ ਸੀ, ਔਰ ਬ੍ਰਹਮਚਰਯ ਦੀ ਪਾਲਣਾ ਕਰਕੇ ਹੀ ਉਹਦੇ ਜੀਵਨ ਦੇ ਵਿੱਚ ਇੰਨੀ ਕਲਾ ਔਰ ਇੰਨਾ ਆਰਟ ਜਿਹੜਾ ਸੀ ਉਹ ਅਚਾਨਕ ਪ੍ਰਫੁੱਲਿਤ ਹੋ ਗਿਆ, ਔਰ ਪ੍ਰਫੁੱਲਿਤ ਹੋਣ ਤੋਂ ਬਾਅਦ ਜਿਹੜਾ ਹੈ ਉਹ ਨੌਜਵਾਨਾਂ ਦੇ ਅੰਦਰ ਜਿਹੜਾ ਹੈ, ਦਿਲਾਂ ਦੇ ਅੰਦਰ ਉਹ ਜਿਹੜਾ ਹੈ ਉਹ ਵਸ ਗਿਆ। ਅੱਜ ਹਰ ਇੱਕ ਨੌਜਵਾਨ ਉਹਦੀ ਕਮੀ ਨੂੰ ਮਹਿਸੂਸ ਕਰ ਰਿਹਾ। ਕਿਉਂਕਿ ਜਿਵੇਂ ਬੱਚਾ ਮਾਂ ਦੇ ਗਰਭ 'ਚੋਂ ਪੈਦਾ ਹੁੰਦਾ ਹੈ ਔਰ ਉਹ ਬੱਚਾ ਮਾਂ ਦੇ ਸਰੀਰ ਨਾਲ ਜੁੜਿਆ ਹੁੰਦਾ ਹੈ, ਅਚਾਨਕ ਜਦੋਂ ਬੱਚਾ ਪੈਦਾ ਬਾਹਰ ਆ ਜਾਂਦਾ ਹੈ, ਤਾਂ ਬਾਹਰ ਆਉਣ ਤੋਂ ਬਾਅਦ ਜਦੋਂ ਉਹ ਬਾਡੀ ਤੋਂ ਕੱਟ ਹੋ ਜਾਂਦਾ ਹੈ, ਤਾਂ ਉਹਦਾ ਸਾਰਾ ਜਿਹੜਾ ਸਰੀਰ ਹੈ ਉਹ ਬਾਡੀ ਦੇ ਪ੍ਰਤੀ ਤੜਫਦਾ ਹੈ। ਇਸੇ ਤਰ੍ਹਾਂ ਹੀ ਇਹ ਅਚਾਨਕ ਜਿਹੜਾ ਐਡਾ ਵੱਡਾ ਕੱਟ ਲੱਗਣ ਦੇ ਕਾਰਨ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ 'ਤੇ ਬਹੁਤ ਵੱਡਾ ਅਸਰ ਵੀ ਪਿਆ ਹੈ। ਲੇਕਿਨ ਇਹ ਅਸਰ ਜਿਹੜਾ ਹੈ, ਉਹਦੀ ਆਵਾਜ਼, ਉਹਦੀ ਧੁਨ, ਉਹਦੇ ਅੰਦਰੋਂ ਨਿਕਲੀ ਹੋਈ ਹਰ ਇੱਕ ਸ਼ਬਦ ਜਿਹੜਾ ਹੈ, ਕਿਉਂਕਿ ਸ਼ਬਦ ਨੂੰ ਦੇਖੋ ਗੁਰੂ ਮੰਨਿਆ ਗਿਆ ਹੈ, ਔਰ ਜਿਹੜਾ ਸ਼ਬਦ ਹੈ ਉਹ ਉਹਨਾਂ ਦੇ ਅੰਦਰ ਜਿਹੜਾ ਹੈ, ਖਾਸ ਕਰਕੇ ਨੌਜਵਾਨਾਂ ਦੇ ਅੰਦਰ ਇੱਕ ਬਹੁਤ ਵੱਡੇ ਪ੍ਰੇਮ ਦਾ ਇੱਕ ਸਹਾਰਾ ਸੀ, ਔਰ ਉਹ ਸਹਾਰਾ ਜਿਹੜਾ ਹੈ ਛਿਨ ਗਿਆ ਹੈ। ਤੋ ਇਹ ਨੌਜਵਾਨ ਅਗਰ ਇਸੇ ਤਰ੍ਹਾਂ ਹੀ ਅੱਗੇ ਵੱਧਦਾ ਰਹਿੰਦਾ, ਹੋ ਸਕਦਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਪੂਰੀ ਮਨੁੱਖਤਾ ਦੇ ਵਾਸਤੇ ਇੱਕ ਗਿਆਨ ਦਾ ਔਰ ਇੱਕ ਦੁਨੀਆ ਨੂੰ ਸੇਧ ਦੇਣ ਦਾ ਕੇਂਦਰ ਬਣ ਸਕਦਾ ਸੀ। ਇਹ ਕੁਝ ਗੱਲਾਂ ਮੈंने ਅਨੁਭਵ ਕੀਤੀਆਂ ਨੇ, ਔਰ ਵੀ ਬਹੁਤ ਸਾਰੀਆਂ ਕੁਝ ਗੱਲਾਂ ਨੇ। ਬਾਕੀ ਦੀਆਂ ਗੱਲਾਂ ਦੂਸਰੇ ਐਪੀਸੋਡ ਦੇ ਵਿੱਚ ਸ਼ੇਅਰ ਕਰਾਂਗਾ। ਤੋ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਜਾਵੇ, ਸਮਝਿਆ ਜਾਵੇ, ਔਰ ਆਪਣੇ ਜੀਵਨ ਦੇ ਅੰਦਰ ਬ੍ਰਹਮਚਰਯ ਦੀ ਪਾਲਣਾ ਕਰਦੇ ਹੋਏ ਆਪਣੇ ਜੀਵਨ ਦੀ ਊਰਜਾ ਸ਼ਕਤੀ ਨੂੰ ਆਪਣੇ ਆਰਟ ਰਾਹੀਂ ਪੂਰੀ ਮਨੁੱਖਤਾ ਦੇ ਲਈ ਵਰਤਿਆ ਜਾਵੇ। ਧੰਨਵਾਦ।